स्टूडेंट्स वेलकम बैक अगेन टू माय यूट्यूब चैनल। सो इस वीडियो ਦੇ ਵਿੱਚ ਆਪਾਂ ਕਰਾਂਗੇ ਚੈप्टर नंबर 6 ਬਾਇਓਲੋਜੀ ਸ਼ੁਰੂ ਹੋ ਚੁੱਕੀ ਹੈ। ਫਿਜ਼ਿਕਸ ਤੇ ਕੈਮਿਸਟਰੀ ਆਪਾਂ ਕੰਪਲੀਟ ਕਰ ਚੁੱਕੇ ਹਾਂ। 5 ਚੈप्टर ਆਪਣੇ ਹੋ ਚੁੱਕੇ ਹੈ। 6ਵਾਂ ਚੈप्टर ਹੈ ਜੈਵਿਕ ਪ੍ਰਕਿਰਿਆਵਾਂ ਯਾਨੀ ਕਿ ਲਾਈਫ ਪ੍ਰੋਸੈਸਿਸ। ਇੰਗਲਿਸ਼ ਤੇ ਹਿੰਦੀ ਮੀਡੀਅਮ ਦੋਨਾਂ ਦੇ ਵਿੱਚ ਸਮਝਾਂਗੇ। ਇੰਗਲਿਸ਼ ਦੇ ਵਰਡਸ ਵੀ ਮੈਂ ਤੁਹਾਨੂੰ ਸਮਝਾ ਦਾਂਗੀ, ਨੋਟ ਡਾਊਨ ਕਰ ਸਕਦੇ ਹੋ। ਬਾਕੀ ਜਿਹੜੇ ਇੰਗਲਿਸ਼ ਦੇ ਸਿੱਧੇ ਕੁਐਸਚਨ ਜਿਹੜੇ ਆ ਮੈਂ ਉਹ PDF ਦੀ ਫਾਰਮ ਦੇ ਵਿੱਚ ਗਰੁੱਪ ਦੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਪਾ ਦਿਆਂਗੇ, ਤੁਸੀਂ ਉੱਥੋਂ ਦੇਖ ਲਿਓ। ਠੀਕ ਹੈ, ਜਦੋਂ ਕੰਪਲੀਟ ਹੋ ਜਾਏਗਾ ਆਪਣਾ ਸਾਰਾ ਤਾਂ ਪੰਜਾਬੀ ਮੀਡੀਅਮ ਦੀ PDF ਜਿਹੜੀ ਆ ਉਹ ਵੀ ਟੈਲੀਗ੍ਰਾਮ ਗਰੁੱਪ 'ਤੇ ਅਪਲੋਡ ਹੋ ਜਾਏਗੀ। ਸੇਮ ਚੈਨਲ ਦਾ ਨਾਮ ਲਿਖ ਕੇ ਤੁਸੀਂ ਸਰਚ ਕਰ ਲਓ ਟੈਲੀਗ੍ਰਾਮ 'ਤੇ। PSEB ਦਾ ਜਿਹੜਾ ਲੋਗੋ ਹੁੰਦਾ ਉਹਦੀ ਫੋਟੋ ਲੱਗੀ ਹੋਈ ਹੈ, ਉਹੀ ਗਰੁੱਪ ਆਪਣਾ ਹੈ। ਸੋ ਪਹਿਲਾ ਕੁਐਸਚਨ ਹੈ, ਧਰਤੀ 'ਤੇ ਜੀਵਨ ਮੂਲ ਰੂਪ ਵਿੱਚ ਕਿਸ ਪ੍ਰਕਾਰ ਦੇ ਅਣੂਆਂ 'ਤੇ ਆਧਾਰਿਤ ਹੈ? ਤਾਂ ਇਹ ਆਉਂਦਾ ਹੈ ਕਾਰਬਨ ਦੇ। ਪੁੱਛ ਲੈਂਦੇ ਆ, ਇੰਪੋਰਟੈਂਟ ਕੁਐਸਚਨ ਹੈ। ਸਾਹ ਕਿਰਿਆ ਕੀ ਹੈ? ਅਗੇਨ ਇੰਪੋਰਟੈਂਟ ਕੁਐਸਚਨ ਹੈ। ਸਾਹ ਕਿਰਿਆ ਬਾਹਰ ਤੋਂ ਆਕਸੀਜਨ ਯੁਕਤ ਹਵਾ ਗ੍ਰਹਿਣ ਕਰਨ ਅਤੇ ਸੈੱਲਾਂ ਦੀ ਲੋੜ ਅਨੁਸਾਰ ਭੋਜਨ ਸਰੋਤਾਂ ਦੇ ਵਿਘਟਨ ਲਈ ਉਸ ਦਾ ਉਪਯੋਗ ਸਾਹ ਕਿਰਿਆ ਕੋ ਆਉਂਦਾ ਹੈ। ਇੱਕ ਚੀਜ਼ ਤੁਹਾਨੂੰ ਇਹ ਵੀ ਪੁੱਛ ਲੈਂਦੇ ਆ, ਸਾਹ ਕਿਰਿਆ ਮਤਲਬ ਰੈਸਪੀਰੇਸ਼ਨ। ਰੈਸਪੀਰੇਸ਼ਨ ਕੀ ਹੈ ਤੁਹਾਡੀ? ਐਂਡੋਥਰਮਿਕ ਹੈ ਜਾਂ ਐਗਜ਼ੋਥਰਮਿਕ ਹੈ? ਤਾਪ ਨਿਕਾਸੀ ਹੈ ਜਾਂ ਤਾਪ ਸੋਖੀ ਹੈ? ਤਾਂ ਰੈਸਪੀਰੇਸ਼ਨ ਜਿਹੜਾ ਤੁਹਾਡਾ ਹੁੰਦਾ, ਸਾਹ ਕਿਰਿਆ ਜਿਹੜੀ ਤੁਹਾਡੀ ਹੋਏਗੀ ਉਹ ਤੁਹਾਡੀ ਤਾਪ ਨਿਕਾਸੀ ਹੁੰਦੀ ਹੈ। ਜਦੋਂ ਵੀ ਤੁਸੀਂ ਸਾਹ ਲਓਗੇ ਮੂੰਹ ਦੇ ਅੱਗੇ ਹੱਥ ਕਰਕੇ ਜਾਂ ਦੇਖਿਓ ਹਵਾ ਜਿਹੜੀ ਉਹ ਗਰਮ ਆਏਗੀ, ਠੀਕ ਹੈ, ਉਹ ਤਾਪ ਨਿਕਾਸੀ ਹੁੰਦੀ ਹੈ। ਸੋ ਸਵੈਪੋਸ਼ੀ ਜੀਵ ਕਿਸ ਪ੍ਰਕਾਰ ਦੇ ਹੁੰਦੇ ਨੇ? ਸਵੈਪੋਸ਼ੀ ਮਤਲਬ ਆਟੋਟ੍ਰੋਪਸ ਜਿਹੜੇ ਨੇ ਉਹ ਕਿਸ ਪ੍ਰਕਾਰ ਦੇ ਹੁੰਦੇ ਨੇ? ਸਵੈਪੋਸ਼ੀ ਜੀਵ ਉਹ ਹੁੰਦੇ ਨੇ ਜਿਹੜੇ ਅਕਾਰਬਨਿਕ ਸਰੋਤਾਂ ਤੋਂ, ਜਿਵੇਂ CO2 ਹੋ ਗਿਆ, ਪਾਣੀ ਦਿਓ, ਠੀਕ ਹੈ, ਪਾਣੀ ਦੇ ਰੂਪ ਵਿੱਚ ਸਰਲ ਖਣਿਜ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਤੋਂ ਆਪਣੇ ਭੋਜਨ ਦਾ ਪਦਾਰਥ ਜਿਹੜਾ ਹੈ ਅਕਾਰਬਨਿਕ ਸਰੋਤਾਂ ਨੂੰ ਕਾਰਬਨਿਕ ਸਰੋਤਾਂ ਦੇ ਵਿੱਚ ਕੰਪਲੀਟ ਕਰਦੇ ਆ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਹੈ ਅਮੀਬਾ ਆਪਣਾ ਭੋਜਨ ਕਿਸ ਦੀ ਸਹਾਇਤਾ ਨਾਲ ਗ੍ਰਹਿਣ ਕਰਦਾ? ਅਗੇਨ ਇੰਪੋਰਟੈਂਟ ਕੁਐਸਚਨ ਹੈ। ਉਂਗਲੇ ਵਰਗੇ ਆਬਾਸੀ ਪੈਰਾਂ ਦੀ ਸਹਾਇਤਾ ਨਾਲ। ਫੂਡ ਵੈਕਿਊਲਸ ਉਹਦੇ ਹੁੰਦੇ ਨੇ, ਠੀਕ ਹੈ, ਉਹ ਵੈਕਿਊਲ ਬਣ ਜਾਂਦਾ ਅਤੇ ਉਸ ਵੈਕਿਊਲ ਦੇ ਅੰਦਰੋਂ ਕੀ ਕਰ ਦਿੰਦਾ? ਗਲਪ ਕਰ ਲੈਂਦਾ, ਇੱਕਦਮ ਫੂਡ ਨੂੰ ਜਿਹੜਾ ਉਹ ਅੰਦਰ ਲੈ ਲੈਂਦਾ। ਮਨੁੱਖ ਦੀ ਆਹਾਰ ਨਲੀ ਦੀ ਲੰਬਾਈ ਕਿੰਨੀ ਹੁੰਦੀ ਹੈ? ਅਗੇਨ ਇੰਪੋਰਟੈਂਟ ਕੁਐਸਚਨ ਹੈ। ਮਨੁੱਖ ਦੀ ਜਿਹੜੀ ਆਹਾਰ ਨਲੀ ਹੁੰਦੀ ਹੈ, ਫੂਡ ਪਾਈਪ ਹੁੰਦੀ ਹੈ, ਉਹਦੀ 9 ਮੀਟਰ ਜਿਹੜੀ ਹੈ ਲੰਬਾਈ ਹੁੰਦੀ ਹੈ। ਆਹਾਰ ਨਲੀ ਦੇ ਕਿਸ ਭਾਗ ਵਿੱਚ ਪਾਣੀ ਦਾ ਸਭ ਤੋਂ ਵੱਧ ਸੋਖਣ ਹੁੰਦਾ? ਮਤਲਬ ਤੁਸੀਂ ਦੱਸਣਾ ਹੈ ਇਨ ਵਿਚ ਏਰੀਆ ਜਾਂ ਇਨ ਵਿਚ ਪਾਰਟ ਆਫ ਫੂਡ ਪਾਈਪ ਦ ਮੈਕਸੀਮਮ ਐਬਜ਼ੋਰਪਸ਼ਨ ਆਫ ਵਾਟਰ ਟੇਕ ਪਲੇਸ। ਤਾਂ ਆਹਾਰ ਨਲੀ ਦੀ ਛੋਟੀ ਆਂਦਨ ਯਾਨੀ ਕਿ ਸਮੋਲ ਇੰਟੈਸਟਾਈਨ ਦੇ ਵਿੱਚ ਪਾਣੀ ਦਾ ਸਭ ਤੋਂ ਵੱਧ ਸੋਖਣ ਜਿਹੜਾ ਉਹ ਹੁੰਦਾ, ਮੈਕਸੀਮਮ ਪਾਣੀ ਜਿਹੜਾ ਉਹ ਤੁਹਾਡਾ ਉੱਥੇ ਐਬਜ਼ੋਰਬ ਕਰ ਲਿਆ ਜਾਂਦਾ ਹੈ। ਪਾਚਨ ਕਿਸ ਨੂੰ ਕਹਿੰਦੇ ਨੇ? ਪਾਚਨ ਦੇ ਵਿੱਚ ਕੀ ਹੁੰਦਾ? ਇਹ ਉਹ ਕਿਰਿਆ ਜਿਸ ਵਿੱਚ ਐਂਜ਼ਾਈਮਾਂ ਦੀ ਸਹਾਇਤਾ ਦੇ ਨਾਲ ਗੁੰਝਲਦਾਰ ਭੋਜਨ ਪਦਾਰਥਾਂ ਨੂੰ ਸਰਲ ਅਣੂਆਂ ਵਿੱਚ ਅਪਘਟਿਤ ਕੀਤਾ ਜਾਂਦਾ ਹੈ ਤਾਂ ਜੋ ਇਹ ਸੋਖਿਤ ਹੋ ਕੇ ਸਾਡੀਆਂ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਕਰ ਸਕਣ ਅਤੇ ਪਾਚਨ ਜਾਂ ਡਾਈਜੈਸ਼ਨ ਕੋ ਆਉਂਦਾ ਹੈ। ਇਹਦੇ ਵਿੱਚ ਕੀ ਹੁੰਦਾ? ਐਂਜ਼ਾਈਮਸ ਹੁੰਦੇ ਨੇ, ਜਿਵੇਂ ਪ੍ਰੋਟੀਨ ਨੂੰ ਪਚਾਉਣ ਲਈ ਪੈਪਸਿਨ ਹੁੰਦਾ ਹੈ, ਠੀਕ ਹੈ, ਟ੍ਰਿਪਸਿਨ ਹੁੰਦਾ ਹੈ, ਇੱਦਾਂ ਦੇ ਲਾਈਪੇਜ਼ ਹੁੰਦਾ ਹੈ। ਕਈ ਐਂਜ਼ਾਈਮਸ ਜਿਹੜੇ ਹੁੰਦੇ ਨੇ ਕਈ ਤਰ੍ਹਾਂ ਦੇ, ਹਰ ਇੱਕ ਜਿਹੜਾ ਆਪਣਾ ਭੋਜਨ ਦਾ ਪਦਾਰਥ ਹੁੰਦਾ ਉਹਨੂੰ ਡਾਈਜੈਸਟ ਕਰਨ ਲਈ, ਪਚਾਉਣ ਲਈ ਅਲੱਗ-ਅਲੱਗ ਐਂਜ਼ਾਈਮਸ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਪੂਰੇ ਪ੍ਰੋਸੈਸ ਨੂੰ, ਉਸ ਪੂਰੀ ਪ੍ਰਕਿਰਿਆ ਨੂੰ ਆਪਾਂ ਜਿਹੜਾ ਉਹ ਡਾਈਜੈਸ਼ਨ ਜਾਂ ਪਾਚਨ ਕਹਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਹੈ ਜੀਵਨ ਦੀ ਰੱਖਿਆ ਲਈ ਤੁਸੀਂ ਕਿਹੜੀ ਪ੍ਰਕਿਰਿਆਵਾਂ ਨੂੰ ਜ਼ਰੂਰੀ ਸਮਝਦੇ ਹੋ? ਜੀਵਨ ਦੀ ਰੱਖਿਆ ਦੇ ਲਈ ਤੁਹਾਡੇ ਕੋਲ ਪੋਸ਼ਣ ਹੋਣਾ ਚਾਹੀਦਾ, ਨਿਊਟ੍ਰੀਸ਼ਨ ਹੋਣੀ ਚਾਹੀਏ, ਸਾਹ ਯਾਨੀ ਕਿ ਰੈਸਪੀਰੇਸ਼ਨ ਹੋਣਾ ਚਾਹੀਦਾ, ਪਰਿਵਹਨ ਯਾਨੀ ਕਿ ਟਰਾਂਸਪੋਰਟੇਸ਼ਨ ਹੋਣਾ ਚਾਹੀਦਾ, ਉਤਸਰਜਨ ਯਾਨੀ ਕਿ ਐਕਸਕ੍ਰੀਸ਼ਨ ਹੋਣਾ ਚਾਹੀਦਾ, ਤਾਂ ਹੀ ਤੁਹਾਡੀ ਜੀਵਨ ਦੀ ਪ੍ਰਕਿਰਿਆ ਜਿਹੜੀ ਉਹ ਚੱਲੇਗੀ। ਜੇਕਰ ਤੁਹਾਨੂੰ ਨਿਊਟ੍ਰੀਸ਼ਨ ਮਿਲੇਗਾ ਭੋਜਨ ਦੇ ਭੋਜਨ ਦੀ ਫੋਰਮ ਦੇ ਵਿੱਚ ਤਾਂ ਤੁਸੀਂ ਜਿੰਦਾ ਰਹੋਗੇ। ਜੇਕਰ ਤੁਸੀਂ ਜਿੰਦਾ ਹੋ ਤਾਂ ਤੁਸੀਂ ਸਾਹ ਵੀ ਲਓਗੇ। ਜੇਕਰ ਤੁਸੀਂ ਸਾਹ ਲੈ ਰਹੇ ਹੋ ਤਾਂ ਟਰਾਂਸਪੋਰਟੇਸ਼ਨ ਦਾ ਪ੍ਰੋਸੈਸ ਵੀ ਹੋਏਗਾ। ਜੇ ਟਰਾਂਸਪੋਰਟੇਸ਼ਨ ਹੈ, ਤੁਸੀਂ ਹੁਣ ਰੋਟੀ ਖਾਈ ਹੈ ਤਾਂ ਐਕਸਕ੍ਰੀਸ਼ਨ ਵੀ ਉਹਦਾ ਹੋਏਗਾ, ਜਿਹੜਾ ਵੇਸਟ ਪਦਾਰਥ ਹੈ ਉਹ ਬਾਹਰ ਵੀ ਨਿਕਲਣਗੇ। ਠੀਕ ਹੈ, ਉਸ ਤੋਂ ਬਾਅਦ ਮਲਟੀਪਲ ਚੋਇਸ ਕੁਐਸਚਨ ਹੈ। ਮਨੁੱਖ ਵਿੱਚ ਗੁਰਦੇ ਇੱਕ ਪ੍ਰਣਾਲੀ ਦਾ ਭਾਗ ਹਨ ਜੋ ਸੰਬੰਧਿਤ ਹੈ। ਉਹ ਗੁਰਦੇ ਕਿਸ ਪ੍ਰਣਾਲੀ ਨਾਲ ਸੰਬੰਧਿਤ ਹੈ? ਪੋਸ਼ਣ ਦੇ ਨਾਲ, ਸਾਹ ਕਿਰਿਆ ਨਾਲ, ਮਲ ਤਿਆਗ ਨਾਲ ਅਤੇ ਪਰਿਵਹਨ ਨਾਲ। ਤਾਂ ਗੁਰਦਿਆਂ ਤੋਂ ਕੀ ਹੁੰਦਾ? ਮਨੁੱਖ ਦੇ ਵਿੱਚ ਮਲ ਤਿਆਗ ਹੁੰਦਾ, ਯਾਨੀ ਕਿ ਤੁਸੀਂ ਦੱਸਣਾ ਹੈ ਕਿ ਕਿਡਨੀ ਜਿਹੜਾ ਹੈ ਉਹ ਕਿਸ ਪ੍ਰੋਸੈਸ ਦੇ ਵਿੱਚ ਆਉਂਦਾ ਹੈ ਜਾਂ ਕਿਸ ਸਿਸਟਮ ਦੇ ਵਿੱਚ ਆਉਂਦਾ ਹੈ। ਆਪਣੇ ਕੋਲ ਅਲੱਗ-ਅਲੱਗ ਸਿਸਟਮ ਹੁੰਦੇ ਆ, ਡਾਈਜੈਸਟਿਵ ਸਿਸਟਮ, ਰੈਸਪੀਰੇਟਰੀ ਸਿਸਟਮ, ਤਾਂ ਕਿਸ ਸਿਸਟਮ ਦੇ ਵਿੱਚ ਆਏਗਾ? ਐਕਸਕ੍ਰੀਟਰੀ ਸਿਸਟਮ ਦੇ ਵਿੱਚ ਆਏਗਾ। ਠੀਕ ਹੈ, ਪੌਦਿਆਂ ਵਿੱਚ ਜ਼ਾਈਲਮ ਦਾ ਕੰਮ ਕੀ ਹੈ? ਪਾਣੀ ਦਾ ਪਰਿਵਹਨ, ਭੋਜਨ ਦਾ ਪਰਿਵਹਨ, ਅਮੀਨੋ ਤੇਜ਼ਾਬ ਦਾ ਪਰਿਵਹਨ ਜਾਂ ਆਕਸੀਜਨ ਦਾ ਪਰਿਵਹਨ। ਤਾਂ ਜ਼ਾਈਲਮ ਜਿਹੜਾ ਹੁੰਦਾ ਉਹ ਪਾਣੀ ਦਾ ਪਰਿਵਹਨ ਕਰਦਾ। ਤੁਸੀਂ ਇਹ ਦੋ ਚੀਜ਼ ਦੇਖੋ, ਆਪਣੇ ਕੋਲ ਦੋ ਤਰ੍ਹਾਂ ਦੇ ਟਿਸ਼ੂਜ਼ ਜਿਹੜੇ ਨੇ ਉਹ ਹੁੰਦੇ ਨੇ। ਇੱਕ ਜ਼ਾਈਲਮ ਹੁੰਦਾ Z ਤੋਂ, ਜਿਹਨੂੰ ਆਪਾਂ ਲਿਖਦੇ ਹਾਂ, ਇੱਕ ਫਿਲੋਇਮ ਹੁੰਦਾ, ਠੀਕ ਹੈ, ਫਿਲੋਮ ਹੁੰਦਾ। ਤਾਂ ਹੁਣ ਤੁਸੀਂ ਫਿਲੋਇਮ ਤੋਂ ਤੁਸੀਂ ਯਾਦ ਰੱਖੋ, ਫਿਲੋਇਮ F ਤੋਂ ਆਪਾਂ ਲਿਖਦੇ ਹਾਂ, ਫੱਫੇ ਤੋਂ ਆਪਾਂ ਲਿਖਦੇ ਹਾਂ ਫਿਲੋਇਮ, ਅਤੇ ਫੱਫੇ ਤੋਂ ਹੀ ਆਪਾਂ ਜੇਕਰ ਇੰਗਲਿਸ਼ ਦੇ ਵਿੱਚ ਫੂਡ ਨੂੰ ਲਿਖਣਾ ਹੋਵੇ ਫੱਫੇ ਤੋਂ, ਠੀਕ ਹੈ, ਦੋਨੋਂ ਫੱਫੇ ਤੋਂ ਸ਼ੁਰੂ ਹੁੰਦੇ ਆ, ਫਿਲੋਇਮ, ਫੂਡ। ਤਾਂ ਫਿਲੋਇਮ ਕਿਹਨੂੰ ਲੈ ਕੇ ਜਾਂਦਾ? ਫੂਡ ਨੂੰ ਲੈ ਕੇ ਜਾਂਦਾ। ਬਚ ਗਿਆ ਜ਼ਾਈਲਮ, ਉਹ ਕਿਹਨੂੰ ਲੈ ਕੇ ਜਾਏਗਾ? ਪਾਣੀ ਨੂੰ ਲੈ ਕੇ ਜਾਏਗਾ।
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ। ਸਵੈਪੋਸ਼ੀ ਪੋਸ਼ਣ ਲਈ ਕੀ ਜ਼ਰੂਰੀ ਹੋਏਗਾ? ਤਾਂ ਸਵੈਪੋਸ਼ੀ ਪੋਸ਼ਣ ਲਈ ਜੇਕਰ ਮੈਂ ਤੁਹਾਨੂੰ ਦੱਸਦਾ ਆਟੋਟ੍ਰੋਪਸ ਦੀ ਗੱਲ ਕਰ ਰਿਹਾ ਤਾਂ ਫੋਟੋਸਿੰਥੇਸਿਸ ਯਾਨੀ ਕਿ ਪ੍ਰਕਾਸ਼ ਸੰਸ਼ਲੇਸ਼ਣ ਦੀ ਜਿਹੜੀ ਕਿਰਿਆ ਉਹਦੇ ਵਿੱਚ ਕੀ ਚਾਹੀਦਾ ਹੁੰਦਾ ਆਪਾਂ ਨੂੰ? ਸਾਰਿਆਂ ਤੋਂ ਪਹਿਲਾਂ ਗ੍ਰੀਨ ਪਲਾਂਟ ਹੋਣੇ ਚਾਹੀਦੇ ਆ, ਕਿਉਂਕਿ ਉਹਦੇ ਵਿੱਚ ਕਲੋਰੋਫਿਲ ਹੋਏਗੀ ਤਾਂ ਕਲੋਰੋਫਿਲ ਹੋ ਗਈ, ਫਿਰ ਕਾਰਬਨ ਡਾਈਆਕਸਾਈਡ ਲਏਗਾ, ਫਿਰ ਸੂਰਜ ਦੀ ਰੋਸ਼ਨੀ ਲਏਗਾ ਅਤੇ ਪਾਣੀ ਦੀ ਪ੍ਰੈਜ਼ੈਂਸ ਦੇ ਵਿੱਚ ਉਹ ਕੀ ਕਰਦਾ ਹੈ? ਆਪਦਾ ਖਾਣਾ ਜਿਹੜਾ ਬਣਾਏਗਾ। ਤਾਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਵੀ ਉਹਨੂੰ ਚਾਹੀਦੇ ਨੇ, ਸੂਰਜ ਦਾ ਪ੍ਰਕਾਸ਼ ਵੀ ਚਾਹੀਦਾ। ਤਾਂ ਆਨਸਰ ਤੁਹਾਡਾ ਕੀ ਆ ਜਾਏਗਾ? ਉਪਰੋਕਤ ਸਾਰੇ ਹੀ ਤੁਹਾਡੇ ਆਨਸਰ ਆਉਣਗੇ। ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਦੇਖੋ ਜਿੱਥੇ ਵੀ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ, ਊਰਜਾ ਦੀ ਗੱਲ ਜਿੱਥੇ ਵੀ ਆ ਜਾਏਗੀ ਤਾਂ ਊਰਜਾ ਦਾ ਜਿਹੜਾ ਆਪਣਾ ਹੈ ਜਾਂ ਪਾਵਰ ਹਾਊਸ ਜਿਹਨੂੰ ਆਪਾਂ ਕਹਿੰਦੇ ਹਾਂ, ਊਰਜਾ ਦਾ ਘਰ ਜਿਹਨੂੰ ਕਹਿੰਦੇ ਆ, ਉਹ ਹੁੰਦਾ ਮਾਈਟੋਕੌਂਡਰੀਆ। ਤਾਂ ਪਾਇਰੂਵੇਟ ਦਾ ਜਿਹੜਾ ਵਿਖੰਡਨ ਹੁੰਦਾ ਹੈ, ਡੀਕੰਪੋਜੀਸ਼ਨ ਹੁੰਦਾ ਹੈ, ਉਹਦੇ ਨਾਲ ਆਪਾਂ ਨੂੰ CO2 ਮਿਲਦੀ ਹੈ, H2O ਮਿਲਦਾ ਹੈ ਅਤੇ ਤਾਪ ਊਰਜਾ ਮਿਲਦੀ ਹੈ। ਹੁਣ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਕਿੱਥੇ ਵਾਪਰਦੀ ਹੈ? ਜਿਹੜੇ ਵੀ ਐਨਰਜੀ ਦੇ ਰਿਲੇਟਿਡ, ਊਰਜਾ ਦੇ ਰਿਲੇਟਿਡ ਜਿਹੜੇ ਵੀ ਪ੍ਰੋਸੈਸਿਸ ਹੋਣਗੇ ਉਹ ਹਮੇਸ਼ਾ ਮਾਈਟੋਕੌਂਡਰੀਆ ਦੇ ਵਿੱਚ ਹੁੰਦੇ ਆ। ਅਤੇ ਮਾਈਟੋਕੌਂਡਰੀਆ ਦਾ ਦੂਜਾ ਨਾਂ ਪਾਵਰ ਹਾਊਸ ਆਫ ਦਾ ਸੈੱਲ ਵੀ ਕਿਹਾ ਜਾਂਦਾ ਹੈ, ਊਰਜਾ ਦਾ ਘਰ ਵੀ ਉਹਨੂੰ ਕਿਹਾ ਜਾਂਦਾ ਹੈ। ਠੀਕ ਹੈ। ਹਰੇ ਪੌਦੇ ਕੀ ਹਨ? ਸਵੈਪੋਸ਼ੀ ਹਨ, ਵਿਖਮਪੋਸ਼ੀ ਹਨ, ਪਰਪੋਸ਼ੀ ਹਨ ਜਾਂ ਮ੍ਰਿਤਪੋਸ਼ੀ ਹਨ? ਤਾਂ ਜਿਹੜੇ ਆਪਣੇ ਹਰੇ ਪੌਦੇ ਨੇ ਉਹ ਸਵੈਪੋਸ਼ੀ ਹੁੰਦੇ ਨੇ, ਯਾਨੀ ਕਿ ਆਟੋਟ੍ਰੋਪਸ ਹੁੰਦੇ ਨੇ, ਆਪਦਾ ਭੋਜਨ ਆਪੇ ਬਣਾਉਂਦੇ ਨੇ। ਸਾਹ ਕਿਰਿਆ ਵਿੱਚ ਪੌਦਿਆਂ ਤੋਂ ਮੁਕਤ ਹੁੰਦੀ ਹੈ। ਜਦੋਂ ਪੌਦੇ ਸਾਹ ਲੈਂਦੇ ਨੇ ਤਾਂ ਉਥੋਂ ਕੀ ਜਿਹੜੀ ਉਹ ਆਪਾਂ ਨੂੰ ਮਿਲੇਗੀ? ਵਿੱਚ ਤੋਂ ਮੁਕਤ ਹੁੰਦੀ ਹੈ। ਤਾਂ ਦੇਖੋ ਦੋ ਚੀਜ਼ ਆਪਾਂ ਕਰਦੇ ਹਾਂ। ਜਦੋਂ ਆਪਾਂ ਸਾਹ ਲੈਂਦੇ ਹਾਂ, ਆਪਾਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਠੀਕ ਹੈ। ਪੌਦੇ ਕੀ ਕਰਦੇ ਆ? ਕਾਰਬਨ ਡਾਈਆਕਸਾਈਡ ਲੈਂਦੇ ਆ ਅਤੇ ਆਕਸੀਜਨ ਬਾਹਰ ਛੱਡਦੇ ਆ। ਠੀਕ ਹੈ। ਅਤੇ ਜਿਹੜੀ ਉਹ ਕਾਰਬਨ ਡਾਈਆਕਸਾਈਡ ਛੱਡਦੇ ਉਹ ਘੱਟ ਅਮਾਊਂਟ ਦੇ ਵਿੱਚ ਛੱਡਦੇ ਆ। ਜੇਕਰ ਆਪਾਂ ਗੱਲ ਕਰੀਏ ਆਕਸੀਜਨ ਦੀ, ਤਾਂ ਆਕਸੀਜਨ ਉਸ ਕੇਸ ਦੇ ਵਿੱਚ ਛੱਡਣਗੇ ਜਦੋਂ ਉਹ ਫੋਟੋਸਿੰਥੇਸਿਸ ਦਾ ਪ੍ਰੋਸੈਸ ਹੋਏਗਾ। ਠੀਕ ਹੈ। ਤਾਂ ਇੱਥੇ ਆਨਸਰ ਜਿਹੜਾ ਉਹ ਤੁਹਾਡਾ B ਆਏਗਾ, ਦੈਟ ਇਜ਼ ਕਾਰਬਨ ਡਾਈਆਕਸਾਈਡ। ਨੈਕਸਟ ਹੈ ਅਣਨਿਕਾਸੀ ਸਾਹ ਕਿਰਿਆ ਦੇ ਫਲਸਵਰੂਪ ਲੈਕਟਿਕ ਅਮਲ ਬਣਦਾ ਹੈ। ਅਣਆਕਾਸੀ ਮਤਲਬ ਡੀਆਕਸੀਨਾਈਜੇਸ਼ਨ ਆਪਾਂ ਕਰਨਾ ਹੈ। ਠੀਕ ਹੈ। ਸਾਹ ਕਿਰਿਆ ਜਿਹੜੀ ਹੋ ਰਹੀ ਹੈ ਅਨਆਕਸੀ ਜਾਂ ਐਨਐਰੋਬਿਕ ਤੁਸੀਂ ਕਹਿ ਸਕਦੇ ਹੋ। ਐਰੋਬਿਕ ਔਰ ਅਨਐਰੋਬਿਕ। ਐਰੋ ਮਤਲਬ ਏਅਰ ਦੀ ਗੱਲ ਹੋ ਰਹੀ ਹੈ, ਐਰੋਬਿਕ। ਠੀਕ ਹੈ। ਐਰੋ ਦੀ ਗੱਲ ਜਦੋਂ ਤੁਸੀਂ ਕਰ ਰਹੇ ਹੋ ਤਾਂ ਇਹ ਦੇਖੋ ਇੱਥੇ ਏਅਰ ਦੀ ਗੱਲ ਹੋ ਰਹੀ ਹੈ। ਅਤੇ ਜਿੱਥੇ ਤੁਹਾਡਾ ਅਣ ਆ ਜੇ ਅਨਐਰੋਬਿਕ, ਠੀਕ ਹੈ, ਤਾਂ ਅਨਐਰੋਬਿਕ ਦੇ ਵਿੱਚ ਤੁਹਾਡੀ ਜਿੱਥੇ ਆਕਸੀਜਨ ਦੇ ਪ੍ਰੈਜ਼ੈਂਸ ਦੇ ਵਿੱਚ ਨਹੀਂ ਹੁੰਦਾ, ਜਿੱਥੇ ਆਕਸੀਜਨ ਦੇ ਜਿਹੜੀ ਨਹੀਂ ਹੁੰਦੀ ਅਤੇ ਸਾਹ ਦੀ ਕਿਰਿਆ ਹੁੰਦੀ ਹੈ, ਉਹਨੂੰ ਅਨਐਰੋਬਿਕ ਕਹਿੰਦੇ ਆ। ਅਤੇ ਐਰੋ ਮਤਲਬ ਏਅਰ ਦੇ ਵਿੱਚ ਆਪਾਂ ਨੂੰ ਕੀ ਚਾਹੀਦਾ? ਆਕਸੀਜਨ ਚਾਹੀਦੀ ਹੈ। ਤਾਂ ਆਕਸੀ ਸਾਹ ਕਿਰਿਆ ਦੇ ਫਲਸਵਰੂਪ ਲੈਕਟਿਕ ਅਮਲ ਬਣਦਾ ਹੈ। ਕਿਹਦੇ ਵਿੱਚ ਬਣੇਗਾ? ਈਸਟ ਦੇ ਵਿੱਚ, ਪੇਸ਼ੀ ਸ਼ੈਲਾਂ ਦੇ ਵਿੱਚ, ਖੰਭ ਸ਼ੈਲਾਂ ਦੇ ਵਿੱਚ ਜਾਂ ਫੇਫੜਿਆਂ ਦੇ ਵਿੱਚ? ਤਾਂ ਇਹ ਹਮੇਸ਼ਾ ਬਣਦਾ ਪੇਸ਼ੀ ਸ਼ੈਲਾਂ ਦੇ ਵਿੱਚ, ਯਾਨੀ ਕਿ ਮਸਲ ਸੈਲਸ ਦੇ ਵਿੱਚ ਬਣਦਾ। ਠੀਕ ਹੈ। ਨੈਕਸਟ ਹੈ ਫੁੱਲਦਾਰ ਪੌਦਿਆਂ ਵਿੱਚ ਜਲ ਸੰਵਹਿਨ ਹੁੰਦਾ ਹੈ। ਕਿਹਦੇ ਦੁਆਰਾ ਹੋਏਗਾ? ਵਾਹਿਨਿਕਾ ਦੁਆਰਾ, ਵਾਹਿਨਿਕਾ ਅਤੇ ਵਾਹਿਕਾ ਦੋਨਾਂ ਦੇ ਦੁਆਰਾ ਜਾਂ ਚਾਲਨੀ ਨਲਿਕਾਵਾਂ ਦੁਆਰਾ। ਤਾਂ ਇਹ ਹੋਏਗਾ ਵਾਹਿਨਿਕਾ ਔਰ ਵਾਹਿਕਾ ਦੋਨਾਂ ਦੇ ਦੁਆਰਾ। ਅੱਗੇ ਹੈ ਕੁਐਸਚਨ ਨੰਬਰ 9। ਸਾਹ ਕਿਰਿਆ ਨੂੰ ਦੁਹਰਾਉਣ ਵਾਲੇ ਪ੍ਰਯੋਗ ਵਿੱਚ ਫਲਾਸਕ ਵਿੱਚ ਰੱਖੇ ਗਏ ਬੀਜ ਹੋਣੇ ਚਾਹੀਦੇ ਨੇ। ਸਾਹ ਕਿਰਿਆ ਨੂੰ ਦੁਹਰਾਉਣ ਵਾਲੇ ਪ੍ਰਯੋਗ ਵਿੱਚ ਫਲਾਸਕ ਵਿੱਚ ਜਿਹੜੇ ਬੀਜ ਨੇ ਉਹ ਆਪਣੇ ਕੋਲ ਅੰਕੁਰਿਤ ਹੋਣੇ ਚਾਹੀਦੇ ਨੇ। ਠੀਕ ਹੈ। ਨੈਕਸਟ ਹੈ ਹੇਠ ਲਿਖੇ ਵਿੱਚੋਂ ਕਿਹੜਾ ਜੀਵ ਗਲਫੜਿਆਂ ਗਿਲਸ ਰਾਹੀਂ ਸਾਹ ਲੈਂਦਾ? ਤਾਂ ਉਹ ਆਪਣੀ ਮੱਛੀ ਜਿਹੜੀ ਹੈ, ਸਮੁੰਦਰ ਦੇ ਵਿੱਚ ਜਿੰਨੇ ਵੀ ਆਪਣੇ ਜਾਨਵਰ ਪਾਏ ਜਾਂਦੇ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਗਲਫੜਿਆਂ ਜਾਂ ਗਿਲਸ ਦੇ ਰਾਹੀਂ ਜਿਹੜਾ ਉਹ ਸਾਹ ਲੈਂਦੇ ਨੇ। ਠੀਕ ਹੈ। ਮਨੁੱਖੀ ਸਾਹ ਪ੍ਰਣਾਲੀ ਦਾ ਚਿੱਤਰ ਤੁਹਾਨੂੰ ਥੱਲੇ ਦਿੱਤਾ ਗਿਆ। ਉਹਦੇ ਵਿੱਚ ਤੁਹਾਨੂੰ ਇੱਕ ਪਾਰਟ ਜਿਹੜਾ ਉਹ ਦਿੱਤਾ ਗਿਆ, ਤੁਸੀਂ ਦੱਸਣਾ ਕਿ ਉਹ ਪਾਰਟ ਕਿਹਦਾ ਹੈ, ਇਹ ਕੀ ਹੁੰਦਾ ਹੈ। ਠੀਕ ਹੈ। ਤਾਂ ਇਹ ਜਿਹੜਾ ਹੈ ਇਹ ਆਪਣੇ ਕੋਲ ਜਿਵੇਂ ਮਨੁੱਖੀ ਸਾਹ ਪ੍ਰਣਾਲੀ ਹੈ ਉਹਦੇ ਵਿੱਚ ਫੇਫੜੇ ਹੁੰਦੇ ਨੇ, ਫੇਫੜੇ ਦੇ ਵਿੱਚ ਬ੍ਰੌਂਕੀਜ਼ ਹੁੰਦੀਆਂ ਨੇ। ਠੀਕ ਹੈ। ਅਤੇ ਬ੍ਰੌਂਚੀਜ਼ ਦੇ ਵੀ ਅੱਗੇ ਪਾਰਟ ਹੁੰਦੇ ਨੇ, ਉਹ ਤੁਸੀਂ ਦੱਸਣਾ ਹੈ। ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ। ਠੀਕ ਹੈ। ਨੈਕਸਟ ਮੂਵ ਕਰਦੇ ਹਾਂ। ਵੈਸੇ ਇਹੋ ਜਿਹੇ ਕੁਐਸਚਨ ਨਹੀਂ ਆਉਂਦੇ। ਉਹਦੇ ਵਿੱਚ O2 ਅਤੇ CO2 ਗੈਸਾਂ ਦੇ ਵਟਾਂਦਰੇ ਨੂੰ ਦਰਸਾਉਂਦਾ ਰੇਖਾ ਚਿੱਤਰ ਹੈ, ਉਹਨੂੰ ਲੇਬਲ ਕਰਨਾ। ਇਹ ਵੀ ਨਹੀਂ ਆਏਗਾ ਇਸ ਤਰ੍ਹਾਂ ਦਾ ਕੁਐਸਚਨ ਵੀ। ਨੈਕਸਟ ਹੈ ਖਾਲੀ ਥਾਵਾਂ ਤੁਸੀਂ ਭਰਨੀਆਂ ਨੇ। ਗੁਰਦੇ ਦੀ ਇਕਾਈ ਡੈਸ਼ ਹੈ। ਗੁਰਦੇ ਦੀ ਇਕਾਈ ਦਾ ਯੂਨਿਟ ਆਫ ਕਿਡਨੀ ਦੀ ਯੂਨਿਟ ਕਿਹੜੀ ਹੁੰਦੀ ਹੈ? ਨੈਫਰੋਨ। ਠੀਕ ਹੈ। ਕਿਡਨੀ ਦੀ ਯੂਨਿਟ ਕੀ ਹੋਏਗੀ? ਨੈਫਰੋਨ ਜਾਂ ਗੁਰਦੇ ਦੀ ਇਕਾਈ ਨੈਫਰੋਨ। ਪੌਦਿਆਂ ਵਿੱਚ ਗੈਸਾਂ ਦਾ ਵਟਾਂਦਰਾ ਡੈਸ਼ ਦੇ ਦੁਆਰਾ ਹੁੰਦਾ ਹੈ, ਤਾਂ ਉਹ ਹੁੰਦਾ ਸਟੋਮੈਟਾ ਦੇ ਦੁਆਰਾ। ਠੀਕ ਹੈ। ਪੌਦਿਆਂ ਦੇ ਵਿੱਚ ਗੈਸਾਂ ਦਾ ਵਟਾਂਦਰਾ ਸਟੋਮੈਟਾ ਦੇ ਦੁਆਰਾ ਹੁੰਦਾ ਹੈ। The exchange of gases in plants occurs through stomata.
ਡੈਸ਼ ਸਾਹ ਕਿਰਿਆ ਨਾਲ ਜੀਵਾਂ ਨੂੰ ਜ਼ਿਆਦਾ ਊਰਜਾ ਪ੍ਰਾਪਤ ਹੁੰਦੀ ਹੈ। ਕਿਹੜੀ? ਆਕਸੀ ਮੈਂ ਤੁਹਾਨੂੰ ਦੱਸਿਆ ਸੀ ਆਕਸੀ ਤੇ ਅਣਆਕਸੀ ਦੋ ਤਰ੍ਹਾਂ ਦੀਆਂ ਸਾਹ ਕਿਰਿਆਵਾਂ ਹੁੰਦੀਆਂ ਨੇ, ਐਰੋਬਿਕ ਤੇ ਅਨਐਰੋਬਿਕ। ਐਰੋਬਿਕ ਜਿਹੜੀ ਹੁੰਦੀ ਹੈ ਉਹਦੇ ਵਿੱਚ ਊਰਜਾ ਜਿਹੜੀ ਉਹ ਤੁਹਾਨੂੰ ਜ਼ਿਆਦਾ ਮਿਲਦੀ ਹੈ, ਐਨਰਜੀ ਜਿਹੜੀ ਉਹ ਜ਼ਿਆਦਾ ਮਿਲਦੀ ਹੈ। ਅਨਐਰੋਬਿਕ ਦੇ ਵਿੱਚ ਐਨਰਜੀ ਘੱਟ ਮਿਲਦੀ ਹੈ ਕਿਉਂਕਿ ਉਹ ਆਕਸੀਜਨ ਦੀ ਐਬਸੈਂਸ ਦੇ ਵਿੱਚ ਹੁੰਦੀ ਹੈ। ਜਦੋਂ ਆਕਸੀਜਨ ਅਨੁਪਸਥਿਤ ਹੁੰਦੀ ਹੈ ਉਦੋਂ ਹੁੰਦੀ ਹੈ, ਜਦੋਂ ਆਕਸੀਜਨ ਉਪਸਥਿਤ ਹੋਵੇਗੀ ਉਦੋਂ ਐਰੋਬਿਕ ਹੋਏਗੀ, ਆਕਸੀ ਜਿਹੜੀ ਹੈ ਉਹ ਹੋਏਗੀ। ਤਾਂ ਇੱਥੇ ਜਿਹੜਾ ਹੈ ਉਹ ਆਕਸੀ ਸਾਹ ਕਿਰਿਆ ਜਿਹੜੀ ਹੈ ਉਹਦੇ ਨਾਲ ਜੀਵਾਂ ਨੂੰ ਜਿਹੜੀ ਐਨਰਜੀ ਉਹ ਜ਼ਿਆਦਾ ਪ੍ਰਾਪਤ ਹੁੰਦੀ ਹੈ। ਫੇਫੜੇ ਵਿੱਚ ਡੈਸ਼ ਖੂਨ ਤੋਂ ਵੱਧ ਹੋ ਜਾਂਦੀ ਹੈ, ਫੇਫੜੇ ਵਿੱਚ ਡੈਸ਼ ਖੂਨ ਤੋਂ ਵੱਧ ਹੋ ਜਾਂਦੀ ਹੈ ਤਾਂ CO2 ਵੱਧ ਹੋ ਜਾਂਦੀ ਹੈ। ਫਿਰ ਆਪਣਾ ਜਿਹੜਾ ਖੂਨ ਹੈ ਉਹ ਕਾਰਬੋਕਸੀ ਜਿਹੜਾ ਬਲੱਡ ਹੈ ਉਹਦੇ ਵਿੱਚ ਕਾਰਬੋਕਸੀ ਹੀਮੋਗਲੋਬਿਨ ਦੇ ਵਿੱਚ ਬਦਲ ਜਾਂਦਾ। ਠੀਕ ਹੈ, ਖੂਨ ਦੇ ਨਲੀਆਂ ਦੀ ਪਿੱਤੀ ਦੇ ਉਲਟ ਜਿਹੜਾ ਦਾਬ ਲੱਗਦਾ ਹੈ ਉਸ ਨੂੰ ਕਹਿੰਦੇ ਨੇ ਖੂਨ ਦਾਬ। ਠੀਕ ਹੈ, ਉਸ ਤੋਂ ਬਾਅਦ ਹੈ ਤੁਸੀਂ ਸਹੀ ਜਿਹੜਾ ਹੈ ਉਹ ਜੋੜੇ ਮਿਲਾਣੇ ਨੇ। ਠੀਕ ਹੈ, ਤਾਂ ਸਾਰਿਆਂ ਤੋਂ ਪਹਿਲਾਂ ਜੇਕਰ ਆਪਣੇ ਕੋਲ ਦੇਖੀਏ ਤਮਨੀ ਕੀ ਕਰਦੀ ਹੈ? ਸਾਫ਼ ਖੂਨ ਜਿਹੜਾ ਹੁੰਦਾ ਉਹ ਤਮਨੀਆਂ ਦੇ ਵਿੱਚ ਪਾਇਆ ਜਾਂਦਾ ਹੈ। ਪਾਚਨ ਪ੍ਰਣਾਲੀ ਕਿਹਦੇ ਹੈ? ਲੀਵਰ ਜਾਂ ਮੈਦਾ ਜਾਂ ਆਪਾਂ ਜੇ ਕਹਿ ਸਕਦੇ ਹਾਂ ਉਹਦੇ ਨਾਲ ਰਿਲੇਟਿਡ ਹੈ। ਉਤਸਰਜਨ ਪ੍ਰਣਾਲੀ ਜਿਹੜੀ ਪ੍ਰਣਾਲੀ ਹੈ, ਇੱਕ ਮਿੰਟ ਮੈਨੂੰ ਥੋੜਾ ਜਿਹਾ ਕਨਫਿਊਜ਼ਨ ਹੈ। ਹਾਂ, ਉਤਸਰਜਨ ਪ੍ਰਣਾਲੀ ਯਾਨੀ ਕਿ ਕਿਡਨੀ ਦੀ ਯੂਨਿਟ ਨੈਫਰੋਨ ਹੁੰਦੀ ਹੈ। ਖੂਨ ਦਾ ਦਾਬ ਜਿਹੜਾ ਉਹ 180 ਤੋਂ 120 ਤੱਕ ਹੋਣਾ ਚਾਹੀਦਾ। ਇੰਪੋਰਟੈਂਟ ਕੁਐਸਚਨ ਹੈ, ਪੁੱਛ ਲਿਆ ਜਾਂਦਾ ਹੈ। ਤੇ ਮਾਈਟੋਕੌਂਡਰੀਆ ਜਿਹੜਾ ਹੈ ਉਹ ਹੁੰਦਾ ਆਪਣਾ ਸਟ੍ਰੋਮਾ। ਠੀਕ ਹੈ, ਮਾਈਟੋਕੌਂਡਰੀਆ ਕਿੱਥੇ ਹੋਏਗਾ? ਸਟ੍ਰੋਮਾ ਦੇ ਵਿੱਚ। ਨੈਕਸਟ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਉਹਦਾ ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਕੱਚੀ ਸਾਮੱਗਰੀ ਕੀ ਚਾਹੀਦਾ ਤੁਹਾਨੂੰ? ਕਾਰਬਨ ਡਾਈਆਕਸਾਈਡ ਚਾਹੀਦੀ ਹੈ, ਊਰਜਾ ਚਾਹੀਦੀ ਹੈ, ਖਣਿਜ ਲੂਣ ਅਤੇ ਪਾਣੀ ਜਿਹੜਾ ਉਹ ਤੁਹਾਨੂੰ ਚਾਹੀਦਾ ਤੇ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਤੁਹਾਨੂੰ ਚਾਹੀਦੀ ਹੈ। ਹੁਣ ਕਾਰਬਨ ਡਾਈਆਕਸਾਈਡ ਤੁਹਾਨੂੰ ਵਾਤਾਵਰਣ ਤੋਂ ਪ੍ਰਾਪਤ ਹੁੰਦੀ ਹੈ, ਸੂਰਜ ਦੀ ਰੋਸ਼ਨੀ ਵਾਤਾਵਰਣ ਤੋਂ ਪ੍ਰਾਪਤ ਹੁੰਦੀ ਹੈ, ਖਣਿਜ ਅਤੇ ਲੂਣ ਅਤੇ ਪਾਣੀ ਜਿਹੜਾ ਉਹ ਜੜ੍ਹਾਂ ਤੋਂ ਆਪਦੀ ਭੂਮੀ ਦੇ ਵਿੱਚੋਂ, ਧਰਤੀ ਦੇ ਵਿੱਚੋਂ ਖਿੱਚ ਲੈਂਦਾ। ਠੀਕ ਹੈ, ਉਤਸਰਜਨ ਕੀ ਹੈ? ਸਰੀਰ ਤੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣਾ ਉਤਸਰਜਨ ਕਹਾਉਂਦਾ ਹੈ। ਸਵੈਪੋਸ਼ੀ ਜੀਵ ਕਿਸ ਨੂੰ ਕਹਿੰਦੇ ਹਨ? ਸਵੈਪੋਸ਼ੀ ਜੀਵ ਉਹ ਹੁੰਦੇ ਨੇ ਜਿਹੜਾ ਆਪਣਾ ਭੋਜਨ ਪਦਾਰਥ ਆਪਣੇ ਆਪ ਬਣਾ ਲੈਂਦੇ ਨੇ। ਠੀਕ ਹੈ, ਲੇਬਲਿੰਗ ਆਪਾਂ ਨਹੀਂ ਕਰਨੀ। ਪਾਚਨ ਦਾ ਮੈਂ ਤੁਹਾਨੂੰ ਦੱਸਦਾ ਕਿ ਕੰਪਲੈਕਸ ਜਿਹੜੇ ਫੂਡ ਮਟੀਰੀਅਲਸ ਹੁੰਦੇ ਨੇ, ਗੁੰਝਲਦਾਰ ਜਿਹੜੇ ਭੋਜਨ ਪਦਾਰਥ ਹੁੰਦੇ ਨੇ ਉਹਨਾਂ ਨੂੰ ਸਰਲ ਅਣੂਆਂ ਦੇ ਵਿੱਚ ਅਪਘਟਿਤ ਕੀਤਾ ਜਾਂਦਾ, ਡੀਕੰਪੋਜ਼ ਕੀਤਾ ਜਾਂਦਾ, ਜਿਸ ਨਾਲ ਇਹ ਅਵਸ਼ੋਸ਼ਿਤ ਹੋ ਸਕਣ ਯਾਨੀ ਕਿ ਐਬਜ਼ੌਰਬ ਕਰ ਸਕਣ। ਠੀਕ ਹੈ, ਸਾਡੀਆਂ ਕੋਸ਼ਿਕਾਵਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਐਬਜ਼ੌਰਬ ਕਰ ਸਕੇ ਤੇ ਉਹਨੂੰ ਆਪਾਂ ਪਾਚਨ ਕਹਿੰਦੇ ਨੇ। ਵਾਸ਼ਪ ਉਤਸਰਜਨ ਕੀ ਹੈ? ਇਹ ਇੰਪੋਰਟੈਂਟ ਹੈ। ਵਾਸ਼ਪ ਉਤਸਰਜਨ ਇੱਕ ਜੈਵਿਕ ਕਿਰਿਆ ਹੈ। ਇਸ ਕਿਰਿਆ ਵਿੱਚ ਪਾਣੀ ਪੌਦਿਆਂ ਦੇ ਬਾਹਰੀ ਭਾਗਾਂ ਵਿੱਚੋਂ ਵਾਸ਼ਪ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ। ਇਹ ਕਿਰਿਆ ਰੱਖਿਅਕ ਸੈੱਲਾਂ ਦੁਆਰਾ ਹੁੰਦੀ ਹੈ। ਠੀਕ ਹੈ, ਹੀਮੋਡਾਇਲਾਈਸਿਸ ਕੀ ਹੈ? ਹੀਮੋਡਾਇਲਾਈਸਿਸ ਵੀ ਤੁਹਾਨੂੰ ਪੁੱਛ ਲੈਂਦੇ ਆ। ਤਾਂ ਹੀਮੋਡਾਇਲਾਈਸਿਸ ਜਿਹੜਾ ਹੈ ਗੁਰਦਾ ਜਿਹੜਾ ਹੈ ਉਹਦੇ ਤੋਂ ਰਿਲੇਟਿਡ ਹੁੰਦੀ ਹੈ। ਡਾਇਲਾਈਸਿਸ ਦਾ ਜਿਹੜਾ ਪ੍ਰੋਸੈਸ ਹੈ ਉਹ ਕਿਡਨੀ ਰਿਲੇਟਿਡ ਹੁੰਦਾ ਹੈ। ਜਦੋਂ ਤੁਸੀਂ ਕਿਸੇ ਵੀ ਹਸਪੀਟਲ ਦੇ ਬਾਹਰੋਂ ਜਾਂਦੇ ਹੋ ਜਾਂ ਹਸਪੀਟਲ ਦੇ ਉੱਪਰ ਜਾਂ ਉਹਦੀ ਐਡ ਦੇਖਦੇ ਹੋ ਤਾਂ ਇੱਥੋਂ ਡਾਇਲਾਈਸਿਸ ਜਿਹੜਾ ਹੈ ਉਹ ਉੱਥੇ ਕੀਤਾ ਜਾਂਦਾ ਜਾਂ ਡਾਇਲਾਈਸਿਸ ਉਹਦੇ ਉੱਪਰ ਲਿਖਿਆ ਜਾਂਦਾ। ਤਾਂ ਡਾਇਲਾਈਸਿਸ ਜਿਹੜਾ ਉਹ ਗੁਰਦੇ ਜਾਂ ਕਿਡਨੀ ਤੋਂ ਰਿਲੇਟਿਡ ਹੁੰਦਾ। ਜਦੋਂ ਗੁਰਦਾ ਠੀਕ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਦੇ ਲਹੂ ਵਿੱਚੋਂ ਯੂਰੀਆ ਦੀ ਮਾਤਰਾ ਵੱਧ ਜਾਂਦੀ ਹੈ। ਠੀਕ ਹੈ, ਤੁਹਾਨੂੰ ਦੱਸਿਆ ਹੋਏਗਾ, ਡਾਕਟਰ ਵੀ ਦੱਸਦਾ ਯੂਰਿਕ ਐਸਿਡ ਵੱਧ ਗਿਆ ਜਾਂ ਯੂਰੀਆ ਵੱਧ ਗਿਆ। ਅਜਿਹੇ ਰੋਗੀਆਂ ਨੂੰ ਜਿਹੜਾ ਲਹੂ ਹੈ ਉਹਦੇ ਵਿੱਚ ਯੂਰੀਆ ਅਤੇ ਹੋਰ ਉਤਸਰਜੀ ਪਦਾਰਥਾਂ ਨੂੰ ਇੱਕ ਉਪਕਰਨ ਜਿਸ ਨੂੰ ਬਨਾਵਟੀ ਗੁਰਦਾ ਕਹਿੰਦੇ ਨੇ ਉਸ ਦੇ ਦੁਆਰਾ ਬਾਹਰ ਕੱਢਿਆ ਜਾਂਦਾ ਹੈ। ਇਸ ਕਿਰਿਆ ਨੂੰ ਹਾਈਡਰੋਡਾਇਲਾਈਸਿਸ ਜਿਹੜਾ ਉਹ ਹੀਮੋਡਾਇਲਾਈਸਿਸ ਜਿਹੜਾ ਉਹ ਕਿਹਾ ਜਾਂਦਾ ਹੈ। ਠੀਕ ਹੈ, ਕਿਸੇ ਜੀਵ ਦੁਆਰਾ ਕਿਹੜੀ ਬਾਹਰਲੀ ਕੱਚੀ ਸਾਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ? ਕੋਈ ਵੀ ਜੀਵ ਜਿਹੜਾ ਉਹ ਕਿਹੜੀ ਸਾਮੱਗਰੀ ਦੀ ਲਏਗਾ? ਤਾਂ ਊਰਜਾ ਪ੍ਰਾਪਤੀ ਲਈ ਉਚਿਤ ਭੋਜਨ ਜਿਹੜਾ ਉਹਨੂੰ ਚਾਹੀਦਾ ਆਪਾਂ ਨੂੰ। ਸਾਹ ਲੈਣ ਲਈ ਆਕਸੀਜਨ ਆਪਾਂ ਨੂੰ ਚਾਹੀਦੀ ਹੈ। ਭੋਜਨ ਦੀ ਸਹੀ ਪਾਚਨ ਤੇ ਹੋਰ ਕਿਰਿਆਵਾਂ ਲਈ ਪਾਣੀ ਜਿਹੜਾ ਹੈ ਉਹ ਆਪਾਂ ਨੂੰ ਚਾਹੀਦਾ ਹੈ। ਮੂਤਰ ਬਣਨ ਦੀ ਮਾਤਰਾ ਕਿਵੇਂ ਅਨਿਯਮਿਤ ਹੁੰਦੀ ਹੈ? ਮੂਤਰ ਬਣਨ ਦੀ ਮਾਤਰਾ ਇਸ ਪ੍ਰਕਾਰ ਨਿਯੰਤਰਿਤ ਕੀਤੀ ਜਾਂਦੀ ਹੈ ਕਿ ਜਲ ਦੀ ਮਾਤਰਾ ਦਾ ਸਰੀਰ ਵਿੱਚ ਸੰਤੁਲਨ ਬਣਿਆ ਰਹੇ। ਪਾਣੀ ਦੀ ਬਾਹਰ ਨਿਕਲਣ ਵਾਲੀ ਮਾਤਰਾ ਇਸ ਆਧਾਰ 'ਤੇ ਨਿਰਭਰ ਕਰਦੀ ਹੈ ਕਿ ਉਸਨੇ ਕਿੰਨਾ ਘੁਲਿਆ ਫਾਲਤੂ ਪਦਾਰਥ ਉਤਸਰਜਿਤ ਕਰਨਾ ਹੈ। ਫਾਲਤੂ ਪਾਣੀ ਗੁਰਦੇ ਵਿੱਚ ਮੁੜ ਸੋਖ ਲਿਆ ਜਾਂਦਾ ਹੈ ਅਤੇ ਉਸ ਦਾ ਮੁੜ ਉਪਯੋਗ ਕੀਤਾ ਜਾਂਦਾ ਹੈ। ਠੀਕ ਹੈ, ਲਾਰ ਦੀ ਮਹੱਤਤਾ ਕਈ ਵਾਰੀ ਪੁੱਛ ਲੈਂਦੇ ਨੇ। ਠੀਕ ਹੈ, ਇਹ ਮੂੰਹ ਨੂੰ ਜਿਹੜਾ ਹੈ ਉਹ ਸਾਫ਼ ਰੱਖਦੀ ਹੈ। ਇਹਦੇ ਵਿੱਚ ਕਈ ਸਾਰੇ ਐਂਜ਼ਾਈਮ ਜਿਹੜੇ ਨੇ ਉਹ ਪਾਈ ਜਾਂਦੇ ਨੇ। ਲਾਰ ਦੇ ਵਿੱਚ ਜਿਹੜਾ ਉਹ ਪੁੱਛ ਲਿਆ ਜਾਂਦਾ ਕਿ ਕਿਹੜਾ ਐਂਜ਼ਾਈਮ ਪਾਈ ਜਾਂਦਾ, ਤਾਂ ਅਮਾਈਲੇਜ਼। ਲਾਰ ਦੇ ਵਿੱਚ ਅਮਾਈਲੇਜ਼ ਨਾਂ ਦਾ ਐਂਜ਼ਾਈਮ ਜਿਹੜਾ ਉਹ ਪਾਇਆ ਜਾਂਦਾ ਹੈ। ਹੁਣ ਅਮਾਈਲੇਜ਼ ਕੀ ਕਰਦਾ ਹੈ? ਜਿਹੜਾ ਸਟਾਰਚ ਹੁੰਦਾ ਹੈ, ਠੀਕ ਹੈ, ਸਟਾਰਚ ਜਿਹੜਾ ਹੁੰਦਾ ਉਹਨੂੰ ਲਾਰ ਦੇ ਨਾਲ ਪੂਰੀ ਤਰ੍ਹਾਂ ਨਾਲ ਮਿਲਾ ਦਿੰਦਾ ਅਤੇ ਸਟਾਰਚ ਤੋਂ ਸ਼ੂਗਰ ਬਣਾ ਦਿੰਦਾ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਅਮਾਈਲੇਜ਼ ਕੀ ਕਰੇਗਾ? ਜਿਹੜਾ ਆਪਣੇ ਮੂੰਹ ਦੇ ਵਿੱਚ ਸਟਾਰਚ ਜਾਏਗਾ ਉਹ ਸਟਾਰਚ ਨੂੰ ਲਾਰ ਦੇ ਨਾਲ ਪੂਰਾ ਮਿਕਸ ਕਰੇਗਾ ਅਤੇ ਉਹਨੂੰ ਸ਼ੂਗਰ ਦੇ ਵਿੱਚ ਕਨਵਰਟ ਕਰ ਦੇਗਾ, ਸ਼ੂਗਰ ਦੇ ਵਿੱਚ ਬਦਲ ਦੇਗਾ। ਹੁਣ ਇਹਦੇ ਕੰਮ ਕੀ ਨੇ? ਇਹ ਮੂੰਹ ਨੂੰ ਸਾਫ਼ ਰੱਖਦੀ ਹੈ। ਠੀਕ ਹੈ, ਮੂੰਹ ਦੇ ਵਿੱਚ ਚਿਕਨਾਈ ਦੇਗੀ। ਜਦੋਂ ਤੁਸੀਂ ਖਾਣੇ ਨੂੰ ਚਬਾਉਂਦੇ ਹੋ ਤਾਂ ਉਹ ਚਿਕਨਾਈ ਦੇਗੀ ਤਾਂ ਜੋ ਮੂੰਹ ਦੇ ਵਿੱਚ ਰਗੜ ਜਿਹੜੀ ਉਹ ਨਾ ਲੱਗੇ।
ਠੀਕ ਹੈ। ਅਤੇ ਚਿਕਨਾਂ ਅਤੇ ਮੁਲਾਇਮ ਬਣਾਏਗੀ ਭੋਜਨ ਨੂੰ, ਅਤੇ ਭੋਜਨ ਨੂੰ ਪਚਾਉਣ ਵਿੱਚ ਜਿਹੜਾ ਮਦਦ ਕਰਦੀ ਹੈ, ਕਿਉਂਕਿ ਇਹਦੇ ਵਿੱਚ ਅਮਾਈਲੇਜ਼ ਨਾਮ ਦਾ ਇੱਕ ਡਾਈਜੈਸਟਿਵ ਐਂਜ਼ਾਈਮ ਜਿਹੜਾ ਉਹ ਪਾਇਆ ਜਾਂਦਾ ਹੈ। ਠੀਕ ਹੈ। ਸਾਡੇ ਮੈਦੇ ਵਿੱਚ ਤੇਜ਼ਾਬ ਦੀ ਮਹੱਤਤਾ, ਹੁਣ ਮੈਦੇ ਯਾਨੀ ਕਿ ਪੇਟ ਦੇ ਵਿੱਚ, ਠੀਕ ਹੈ, ਸਟਮਕ ਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ? ਤੇਜ਼ਾਬ ਜਿਹੜਾ ਉਹ ਪਾਇਆ ਜਾਂਦਾ ਹਾਈਡਰੋਕਲੋਰਿਕ ਤੇਜ਼ਾਬ ਯਾਨੀ ਕਿ HCl ਜਿਹੜਾ ਹੈ ਉਹ ਪਾਇਆ ਜਾਂਦਾ ਆਪਣੇ ਪੇਟ ਦੇ ਵਿੱਚ। ਜਦੋਂ ਇਹ ਜ਼ਿਆਦਾ ਹੋ ਜਾਂਦਾ, ਇਹਦਾ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦਾ ਤਾਂ ਐਸਿਡਿਟੀ ਹੋ ਜਾਂਦੀ ਹੈ। ਉਸ ਕੇਸ ਦੇ ਵਿੱਚ ਤੁਸੀਂ ਐਂਟੈਸਿਡਸ ਲੈਂਦੇ ਹੋ, ਜਿਵੇਂ ਇਨੋ ਹੋ ਗਿਆ, ਠੀਕ ਹੈ, ਜਾਂ ਕੋਈ ਵੀ ਹੋਰ ਜਿਹੜੀ ਤੇਜ਼ਾਬ ਦੀ ਦਵਾਈ ਜਿਹੜੀ ਉਹ ਤੁਹਾਨੂੰ ਦੇ ਦਿੱਤੀ ਜਾਂਦੀ ਹੈ, ਯਾਨੀ ਕਿ ਕੋਈ ਵੀ ਬੇਸ ਤੁਹਾਨੂੰ ਦੇ ਦਿੱਤਾ ਜਾਂਦਾ, ਕੋਈ ਖਾਰ ਦੇ ਦਿੱਤਾ ਜਾਂਦਾ ਹੈ, ਅਤੇ ਤੇਜ਼ਾਬ ਅਤੇ ਖਾਰ ਦੋਨੋਂ ਕਿਰਿਆ ਕਰਕੇ ਉਦਾਸੀਨ ਜਿਹੜੀ ਚੀਜ਼ ਹੈ ਉਹ ਬਣਾਉਂਦੇ ਆ, ਅਤੇ ਫਿਰ ਤੁਹਾਡੀ ਜਿਹੜੀ ਐਸਿਡਿਟੀ ਦੀ ਪ੍ਰੋਬਲਮ ਹੈ ਉਹ ਸਹੀ ਹੋ ਜਾਂਦੀ ਹੈ। ਠੀਕ ਹੈ। ਮੈਦੇ ਦੀ ਪੱਤੀ ਯਾਨੀ ਕਿ ਪੇਟ ਦੇ ਵਿੱਚ ਮੌਜੂਦ ਇਹ ਹਾਈਡਰੋਕਲੋਰਿਕ ਤੇਜ਼ਾਬ ਪੈਦਾ ਹੁੰਦਾ ਹੈ, ਮੈਂ ਤੁਹਾਨੂੰ ਦੱਸਦਾ, ਇਹ ਤੇਜ਼ਾਬੀ ਮਾਧਿਅਮ ਤਿਆਰ ਕਰਦਾ ਹੈ ਜੋ ਪੈਪਸਿਨ ਐਂਜ਼ਾਈਮ, ਪੈਪਸਿਨ ਆ ਗਿਆ, ਪੈਪਸਿਨ ਕੀ ਕਰਦਾ, ਪ੍ਰੋਟੀਨਸ ਨੂੰ ਜੋ ਹੈ ਉਹ ਪਚਾਉਂਦਾ ਹੈ, ਡਾਈਜੈਸਟ ਕਰਦਾ ਹੈ। ਇਹ ਭੋਜਨ ਨੂੰ ਸੜਨ ਤੋਂ ਰੋਕਦਾ ਹੈ ਅਤੇ ਭੋਜਨ ਦੇ ਨਾਲ ਆਏ ਅਣੂਆਂ ਨੂੰ ਜੀਵਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ। ਭੋਜਨ ਵਿੱਚ ਮੌਜੂਦ ਕੈਲਸ਼ੀਅਮ ਨੂੰ ਨਰਮ ਬਣਾਉਂਦਾ ਹੈ ਅਤੇ ਇੱਕ ਅਕਿਰਿਆਸ਼ੀਲ ਐਂਜ਼ਾਈਮ ਨੂੰ ਕਿਰਿਆਸ਼ੀਲ ਅਵਸਥਾ ਦੇ ਵਿੱਚ ਲੈ ਕੇ ਆਉਂਦਾ ਹੈ। ਠੀਕ ਹੈ। ਕਠਿਨ ਕਸਰਤ ਦਾ ਸਾਹ ਦਰ 'ਤੇ ਕੀ ਅਸਰ ਪੈਂਦਾ ਹੈ? ਆਮ ਅਵਸਥਾ ਦੇ ਵਿੱਚ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਸਾਹ ਆਪਣੀ ਜਿਹੜੀ ਹੈ ਸਾਹ ਦੀ ਦਰ ਕਿੰਨੀ ਹੁੰਦੀ ਹੈ? 15 ਤੋਂ 18 ਪ੍ਰਤੀ ਮਿੰਟ ਹੁੰਦੀ ਹੈ, ਪਰ ਸਖਤ ਕਸਰਤ ਕਰਕੇ 20 ਤੋਂ 25 ਪ੍ਰਤੀ ਮਿੰਟ ਹੋ ਜਾਂਦੀ ਹੈ, ਕਿਉਂਕਿ ਕਸਰਤ ਕਰਨ ਸਮੇਂ ਆਪਾਂ ਨੂੰ ਵਧੇਰੇ ਊਰਜਾ ਦੀ ਜਿਹੜੀ ਹੈ ਉਹ ਆਵਸ਼ਕਤਾ ਹੁੰਦੀ ਹੈ, ਅਤੇ ਵਧੇਰੇ ਊਰਜਾ ਪ੍ਰਾਪਤ ਕਰਨ ਲਈ ਵਧੇਰੇ ਆਕਸੀਜਨ ਦੀ ਜ਼ਰੂਰਤ ਹੋਏਗੀ, ਜਿਸ ਦੇ ਨਤੀਜੇ ਵਜੋਂ ਸਖਤ ਕਸਰਤ ਤੋਂ ਬਾਅਦ ਸਾਹ ਦਰ ਜਿਹੜੀ ਹੈ ਉਹ ਵੱਧ ਜਾਂਦੀ ਹੈ। ਤਾਂ ਤੁਹਾਨੂੰ ਪੁੱਛ ਲੈਂਦੇ ਨੇ ਨੋਰਮਲ ਕਿੰਨੀ ਹੁੰਦੀ ਹੈ? 15 ਤੋਂ 18, ਅਤੇ ਕਸਰਤ ਕਰੋਗੇ ਉਦੋਂ 20 ਤੋਂ 25 ਜਿਹੜੀ ਹੈ ਉਹ ਹੋ ਜਾਂਦੀ ਹੈ। ਪਰਜੀਵੀ ਤੁਹਾਡੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ। ਬਾਹਰੀ ਪਰਜੀਵੀ ਅਤੇ ਅੰਦਰੂਨੀ, ਜਿਵੇਂ ਤੁਹਾਡੇ ਜੂੰ ਹੋ ਗਈ, ਖਟਮਲ ਹੋ ਗਿਆ, ਜਿਹੜੇ ਬਾਹਰ ਰਹਿੰਦੇ ਨੇ। ਠੀਕ ਹੈ। ਅੰਦਰੂਨੀ ਪਰਜੀਵੀ ਜਿਹੜੇ ਸਰੀਰ ਦੇ ਅੰਦਰ ਜਾਂਦੇ ਨੇ, ਠੀਕ ਹੈ, ਉਹ ਹੁੰਦੇ ਨੇ ਟੈਪਵਰਮ ਹੁੰਦਾ ਹੈ, ਠੀਕ ਹੈ, ਐਸਕੈਰਿਸ ਜਿਹੜਾ ਹੈ ਉਹ ਵੀ ਜਿਹੜਾ ਉਹ ਹੁੰਦਾ ਹੈ। ਇਹ ਅਮੀਬਾ ਦਾ ਜਿਹੜਾ ਹੈ ਉਹ ਡਾਈਜੈਸ਼ਨ ਦਾ ਪ੍ਰੋਸੈਸ ਹੈ, ਇਹ ਆਪਾਂ ਨਹੀਂ ਕਰਨਾ। ਸੋ ਅੱਜ ਦੇ ਲਈ ਇੰਨਾ ਹੀ। ਅੱਗੇ ਆਪਾਂ ਕਰਾਂਗੇ ਚੈਪਟਰ ਨੰਬਰ 7 ਕੰਟਰੋਲ ਐਂਡ ਕੋਆਰਡੀਨੇਸ਼ਨ, ਕਾਬੂ ਐਂਡ ਤਾਲਮੇਲ, ਉਹਦੇ ਕੁਐਸਚਨਸ ਕਰਾਂਗੇ ਕੁਝ। ਸੋ ਚੈਪਟਰ 6 ਦੇ ਅੰਦਰ ਜਿਹੜੇ ਇੰਪੋਰਟੈਂਟ ਸੀ ਉਹ ਮੈਂ ਤੁਹਾਨੂੰ ਦੱਸਦੀ। ਕੁਝ ਜਿਹੜੇ ਐਂਜ਼ਾਈਮਸ ਨੇ ਉਹਨਾਂ ਦੀ ਜਿਹੜੀ ਪਿਕ ਹੈ ਕਿ ਕਿਹੜਾ ਕਿਸ ਐਂਜ਼ਾਈਮ ਕਿਸ ਚੀਜ਼ ਨੂੰ ਪਹੁੰਚਾਉਂਦਾ ਹੈ, ਉਹਦੀ ਮੈਂ ਜਿਹੜੀ ਫੋਟੋ ਹੈ ਜਾਂ ਕੋਈ ਵੀ ਜਿਹੜਾ ਡਾਟਾ ਹੈ ਉਹ ਗਰੁੱਪ ਦੇ ਵਿੱਚ, ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਦਾਂਗੀ। ਇੱਕ ਕੁਐਸਚਨ ਉਹਦੇ ਵਿੱਚੋਂ ਸ਼ੋਰ ਨਿਕਲ ਹੀ ਜਾਂਦਾ ਹੈ। ਸੋ ਅੱਜ ਦੇ ਲਈ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਨੈਕਸਟ ਚੈਪਟਰ ਦੇ ਨਾਲ। ਥੈਂਕ ਯੂ ਸੋ ਮਚ।